ਦੇਸ਼ ਦੇ ਬਾਹਰੋਂ ਯਾਤਰਾ ਕਰਕੇ ਪਰਤਣ ਵਾਲਿਆਂ ਦੀਆਂ ਸਿਕਨੈਸ ਬੈਨੀਫਿਟ ਦੀਆਂ ਅਰਜ਼ੀਆਂ 3 ਜਨਵਰੀ ਤੋਂ ਕੈਨੇਡਾ ਰੈਵਨਿਊ ਏਜੰਸੀ ਨੇ ਪਾਈਆਂ ਹੋਲਡ ਤੇ। ਜੋ ਬਾਈਡਨ ਦੀ ਬਤੌਰ ਰਾਸ਼ਟਰਪਤੀ ਇਨੌਗ੍ਰੇਸ਼ਨ ਸੈਰੇਮਨੀ ਵਿੱਚ ਵਿਘਨ ਪਾਉਣ ਅਤੇ ਰਾਜਧਾਨੀ ਵਿੱਚ ਹਮਲਿਆਂ ਦੇ ਖਦਸ਼ੇ ਦੇ ਮੱਦੇਨਜ਼ਰ ਬੁਲਾਏ ਗਏ ਨੈਸ਼ਨਲ ਗਾਰਡ ਦੇ ਅਧਿਕਾਰੀ। ਕਿਸਾਨਾਂ ਦੀ ਮੋਦੀ ਸਰਕਾਰ ਨੂੰ ਧਮਕੀ, ਜੇ ਸਰਕਾਰ ਬਣੀ ਰਹਿ ਸਕਦੀ ਹੈ 5 ਸਾਲ ਤਾਂ ਉਹਨਾਂ ਦਾ ਅੰਦੋਲਨ ਵੀ ਚੱਲ ਸਕਦਾ ਹੈ 5 ਸਾਲ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮੈਂ ਅਮਰਿੰਦਰ ਗਰੇਵਾਲ। ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ ਦਾ ਫਾਇਦਾ ਗੈਰ ਜ਼ਰੂਰੀ ਵਿਦੇਸ਼ੀ ਯਾਤਰਾਵਾਂ ਕਰਕੇ ਕੈਨੇਡਾ ਪਰਤ ਰਹੇ ਲੋਕਾਂ ਵੱਲੋਂ ਲਏ ਜਾਣ ਦੀਆਂ ਖਬਰਾਂ ਤੋਂ ਬਾਅਦ ਹੁਣ ਕੈਨੇਡਾ ਰੈਵਨਿਊ ਏਜੰਸੀ ਨੇ ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ ਵਾਸਤੇ ਉਹਨਾਂ ਲੋਕਾਂ ਦੀਆਂ ਅਰਜ਼ੀਆਂ ਹੋਲਡ ਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। CRA ਦਾ ਕਹਿਣਾ ਹੈ ਕਿ ਇਹ ਬੈਨੀਫਿਟ ਸਿਰਫ ਉਹਨਾਂ ਵਰਕਰਾਂ ਵਾਸਤੇ ਹੈ ਜੋ ਕੰਮ ਦੇ ਦੌਰਾਨ COVID-19 ਪੋਜ਼ਿਟਿਵ ਹੋਏ ਹੋਣ ਜਾਂ ਫਿਰ ਕਿਸੇ ਹੋਰ ਇਨਫੈਕਟਡ ਵਿਅਕਤੀ ਦੇ ਸੰਪਰਕ ਵਿੱਚ ਆਏ ਹੋਣ ਕਰਕੇ ਉਹਨਾਂ ਨੂੰ ਕੁਆਰੰਟੀਨ ਹੋਣਾ ਪਿਆ ਹੋਵੇ। ਸੋ ਛੁੱਟੀਆਂ ਮਨਾ ਕੇ ਆਉਣ ਵਾਲਿਆਂ ਬਾਰੇ ਜਦੋਂ ਤੱਕ ਫੈਡਰਲ ਸਰਕਾਰ ਦਾ ਕੋਈ ਲੈਜਿਸਲੇਸ਼ਨ ਨਹੀਂ ਆ ਜਾਂਦਾ ਉਹਨਾਂ ਦੀਆਂ ਅਰਜ਼ੀਆਂ ਹੋਲਡ ਤੇ ਹੀ ਰਹਿਣਗੀਆਂ ਤੇ ਬਾਕੀਆਂ ਦੀਆਂ ਵੀ, ਪਰ ਬਾਅਦ ਵਿੱਚ ਹੱਕਦਾਰਾਂ ਨੂੰ ਉਹਨਾਂ ਦੇ ਪੈਸੇ ਮਿਲ ਜਾਣਗੇ। CRA ਵੱਲੋਂ ਨਵੀਂ ਸ਼ਰਤ ਵੀ ਲਾਗੂ ਕੀਤੀ ਗਈ ਹੈ। 3 ਜਨਵਰੀ ਤੋਂ ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ, ਕੈਨੇਡਾ ਰਿਕਵਰੀ ਬੈਨੀਫਿਟ ਅਤੇ ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ ਲਈ ਅਪਲਾਈ ਕਰਨ ਵਾਲਿਆਂ ਨੂੰ ਹੁਣ ਦੱਸਣਾ ਪਏਗਾ ਕਿ ਕੀ ਉਹ ਗੈਰ ਜ਼ਰੂਰੀ ਵਿਦੇਸ਼ ਯਾਤਰਾ ਤੇ ਕੈਨੇਡਾ ਤੋਂ ਬਾਹਰ ਗਏ ਸਨ ਜਾਂ ਨਹੀਂ। ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਦੇ ਨਵੇਂ ਪ੍ਰੋਗਰਾਮ ਡਿਲੀਵਰੀ ਅਪਡੇਟ ਵਿੱਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਦੇ ਕਨਫਰਮੇਸ਼ਨ ਆਫ ਪਰਮਨੈਂਟ ਰੈਜ਼ੀਡੈਂਸ COPR ਐਕਸਪਾਇਰ ਹੋ ਗਏ ਹੋਣ, ਉਹਨਾਂ ਸਾਰਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਇਮੀਗ੍ਰੇਸ਼ਨ ਡਿਪਾਰਟਮੈਂਟ ਨਾਲ ਵੈਬ ਫਾਰਮ ਦੀ ਵਰਤੋਂ ਕਰਕੇ ਉਹਨਾਂ ਨਾਲ ਸੰਪਰਕ ਨਾ ਕਰਨ ਤੇ ਨਾ ਹੀ ਈਮੇਲ ਕੀਤੀ ਜਾਏ। IRCC ਦਾ ਕਹਿਣਾ ਹੈ ਕਿ ਉਹ ਗ੍ਰਾਹਕਾਂ ਨਾਲ ਆਪਣੇ ਆਪ ਉਸ ਸਮੇਂ ਸੰਪਰਕ ਕਰ ਲੈਣਗੇ ਜਦੋਂ ਉਹਨਾਂ ਨੂੰ ਕੈਨੇਡਾ ਆਉਣ ਦੀ ਪ੍ਰਵਾਨਗੀ ਮਿਲ ਜਾਏਗੀ। ਜੁਲਾਈ 2020 ਵਿੱਚ ਇਹਨਾਂ ਨੂੰ ਕਿਹਾ ਗਿਆ ਸੀ ਕਿ ਉਹ ਜਦੋਂ ਕੈਨੇਡਾ ਆਉਣ ਲਈ ਤਿਆਰ ਹੋਣ ਤਾਂ ਵੈਬ ਫਾਰਮ ਰਾਹੀਂ ਸੂਚਿਤ ਕਰ ਸਕਦੇ ਨੇ, ਪਰ ਹੁਣ ਇਹਨਾਂ ਨੂੰ ਕਨਫਰਮੇਸ਼ਨ ਆਫ ਪਰਮਨੈਂਟ ਰੈਜ਼ੀਡੈਂਸ COPR ਦੇ ਐਕਸਪਾਇਰ ਹੋ ਜਾਣ ਮਗਰੋਂ ਉਡੀਕ ਕਰਨ ਨੂੰ ਕਿਹਾ ਜਾ ਰਿਹਾ ਹੈ। ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਕੈਨੇਡਾ ਵਿੱਚ ਰਹਿ ਰਹੇ ਟੈਂਪਰੇਰੀ ਰੈਜ਼ੀਡੈਂਟਸ ਨੂੰ ਆਪਣੀ ਕੈਨੇਡਾ ਸਟੇ ਵਧਾਉਣ ਦਾ ਇੱਕ ਹੋਰ ਚਾਂਸ ਦੇ ਦਿੱਤਾ ਹੈ। ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਕੋਲ ਇਸ ਸਾਲ 30 ਜਨਵਰੀ ਰਹਿਣ ਦਾ ਲੀਗਲ ਅਤੇ ਵੈਲਿਡ ਸਟੇਟਸ ਹੈ, ਪਰ ਇਹ ਸਟੇਟਸ 31 ਮਈ ਜਾਂ ਇਸ ਤੋਂ ਪਹਿਲਾਂ ਖਤਮ ਹੋ ਜਾਣਾ ਹੈ, ਉਹਨਾਂ ਨੂੰ ਹੁਣ 31 ਅਗਸਤ ਤੱਕ ਆਪਣਾ ਸਟੇਟਸ ਰਿਸਟੋਰ ਕਰਨ ਲਈ ਮੌਕਾ ਦਿੱਤਾ ਗਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ IRCC ਤੋਂ ਲਈ ਜਾ ਸਕਦੀ ਹੈ। ਇੱਕ ਹੀ ਕਾਰਜਕਾਲ ਵਿੱਚ 2 ਵਾਰ ਇੰਪੀਚਮੈਂਟ ਦਾ ਸਾਹਮਣਾ ਕਰਨ ਵਾਲੇ ਡੋਨਲਡ ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣ ਗਏ ਨੇ। ਹਾਊਸ ਆਫ ਰੈਪਰੈਜ਼ੈਂਟੇਟਿਵਸ ਵਿੱਚ ਉਹਨਾਂ ਖਿਲਾਫ ਆਏ ਮੋਸ਼ਨ ਨੂੰ 197 ਦੇ ਮੁਕਾਬਲੇ 232 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। Article 1 is adopted. ਟਰੰਪ ਦੀ ਆਪਣੀ ਰਿਪਬਲਿਕਨ ਪਾਰਟੀ ਦੇ 10 ਮੈਂਬਰਾਂ ਨੇ ਉਹਨਾਂ ਦੇ ਖਿਲਾਫ ਵੋਟ ਪਾਈ ਹੈ। ਹੁਣ ਸੈਨੇਟ ਵੱਲੋਂ ਇਸ ਮਾਮਲੇ ਤੇ 19 ਜਨਵਰੀ ਨੂੰ VOTING ਹੋ ਸਕਦੀ ਹੈ ਤੇ 20 ਜਨਵਰੀ ਨੂੰ ਟਰੰਪ ਆਪਣੇ ਅਹੁਦੇ ਤੋਂ ਫਾਰਗ ਉਂਝ ਵੀ ਹੋ ਰਹੇ ਨੇ। A great day for the Constitution of the United States. A sad one for America that the President's reckless activities necessitated our having to introduce articles of impeachment. Airbnb ਅਤੇ ਹੋਟਲ ਟੂਨਾਈਟ ਨੇ 20 ਜਨਵਰੀ ਤੱਕ ਵਾਸ਼ਿੰਗਟਨ DC ਲਈ ਕੋਈ ਵੀ ਬੁਕਿੰਗ ਲੈਣਾ ਬੰਦ ਕਰ ਦਿੱਤਾ ਹੈ ਤੇ ਪਹਿਲਾਂ ਹੋਈਆਂ ਬੁਕਿੰਗਸ ਵੀ ਰੱਦ ਕੀਤੀਆਂ ਜਾ ਰਹੀਆਂ ਨੇ। ਦਰਅਸਲ FBI ਨੂੰ ਪਤਾ ਲੱਗਿਆ ਹੈ ਕਿ ਜੋ ਬਾਈਡਨ ਦੀ ਇਨੌਗ੍ਰੇਸ਼ਨ ਤੋਂ ਪਹਿਲਾਂ ਟਰੰਪ ਸਮਰਥਕ ਸਾਰੇ ਅਮਰੀਕੀ ਰਾਜਾਂ ਅਤੇ ਖਾਸ ਤੌਰ ਤੇ ਰਾਜਧਾਨੀ ਵਿੱਚ ਹਿੰਸਕ ਰੋਸ ਮੁਜ਼ਾਹਰੇ ਕਰਨ ਦੀ ਤਿਆਰੀ ਕਰੀ ਬੈਠੇ ਨੇ ਤੇ ਮਨਸੂਬਾ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਵੀ ਹੈ। ਨੈਸ਼ਨਲ ਗਾਰਡ ਦੀ ਵਾਸ਼ਿੰਗਟਨ DC ਵਿੱਚ ਭਾਰੀ ਤੈਨਾਤੀ ਹੋ ਗਈ ਹੈ ਤੇ ਟਰੰਪ ਸਮਰਥਕ ਹੁੱਲੜਬਾਜ਼ਾਂ ਦੀ ਪਛਾਣ ਕਰਕੇ ਉਹਨਾਂ ਦੀਆਂ ਹੋਟਲ ਬੁਕਿੰਗਸ ਰੱਦ ਕੀਤੀਆਂ ਜਾ ਰਹੀਆਂ ਨੇ। 6 ਜਨਵਰੀ ਦੇ ਕੈਪੀਟਲ ਹਿੱਲ ਹਮਲੇ ਵਾਸਤੇ ਗ੍ਰਿਫਤਾਰੀਆਂ ਦਾ ਦੌਰ ਵੀ ਜਾਰੀ ਹੈ। ਭਾਰਤੀ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਤੇ ਰੋਕ ਲਾਉਣ ਤੋਂ ਬਾਅਦ ਬੀਤੇ ਦਿਨੀ 4 ਮੈਂਬਰਾਂ ਵਾਲੀ ਬਣਾਈ ਗਈ ਇੱਕ ਕਮੇਟੀ ਤੋਂ ਇਸ ਦੇ ਇੱਕ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਆਪਣਾ ਨਾਮ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਭੁਪਿੰਦਰ ਸਿੰਘ ਮਾਨ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ ਦੇ ਸੰਬੰਧ ਵਿੱਚ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ ਭਾਰਤੀ ਸੁਪਰੀਮ ਕੋਰਟ ਦਾ 4 ਮੈਂਬਰੀ ਕਮੇਟੀ ਦਾ ਹਿੱਸਾ ਬਣਾਏ ਜਾਣ ਤੇ ਉਹ ਧੰਨਵਾਦੀ ਨੇ। ਇੱਕ ਕਿਸਾਨ ਅਤੇ ਕਿਸਾਨ ਆਗੂ ਹੋਣ ਦੇ ਨਾਤੇ ਉਹ ਆਮ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਖਦਸ਼ਿਆਂ ਨੂੰ ਦੇਖਦਿਆਂ ਦਿੱਤੇ ਗਏ ਅਹੁਦੇ ਦਾ ਤਿਆਗ ਕਰ ਰਹੇ ਨੇ ਜੋ ਪੰਜਾਬ ਅਤੇ ਮੁਲਕ ਦੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਾ ਹੋਵੇ। ਉਹਨਾਂ ਇਸ ਕਮੇਟੀ ਦਾ ਹਿੱਸਾ ਬਣਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਆਪਣੇ ਕਿਸਾਨਾਂ ਅਤੇ ਪੰਜਾਬ ਲਈ ਖੜੇ ਰਹਿਣਗੇ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ 26 ਜਨਵਰੀ ਨੂੰ ਖੇਤੀ ਕਾਨੂੰਨ ਖਿਲਾਫ ਟਰੈਕਟਰ ਰੈਲੀ ਮਿੱਥੀ ਯੋਜਨਾ ਮੁਤਾਬਕ ਰਾਜਧਾਨੀ ਵਿੱਚ ਹੀ ਹੋਏਗੀ ਤੇ ਰੂਟ ਕੋਈ ਹੋਰ ਨਹੀਂ ਕਿਸਾਨ ਆਪ ਤੈਅ ਕਰਨਗੇ। ਉਹਨਾਂ ਕਿਹਾ ਹੈ ਕਿ ਲੋਕਾਂ ਨੂੰ ਪਰੇਸ਼ਾਨ ਕਰਨਾ, ਦੇਸ਼ ਵਿੱਚ ਵੰਡ ਪਾਉਣਾ ਜਾਂ ਅਮਨ ਭੰਗ ਕਰਨਾ ਕਿਸਾਨਾਂ ਦਾ ਇਰਾਦਾ ਹਰਗਿਜ਼ ਨਹੀਂ, ਸੋ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਉਡਾਈਆਂ ਜਾ ਰਹੀਆਂ ਅਫਵਾਹਾਂ ਤੇ ਵਿਸ਼ਵਾਸ ਨਾ ਕੀਤਾ ਜਾਏ।
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਕਿਹਾ ਕਿ ਕਿਸਾਨਾਂ ਦਾ ਹੌਸਲਾ ਬੁਲੰਦ ਹੈ ਤੇ ਸਰਕਾਰ ਭਾਵੇਂ ਬੇਪਰਵਾਹ ਬਣੀ ਹੋਈ ਹੈ, ਪਰ ਜੇ ਸਰਕਾਰ 5 ਸਾਲ ਰਹਿ ਸਕਦੀ ਹੈ ਤਾਂ ਕਿਸਾਨਾਂ ਦਾ ਅੰਦੋਲਨ ਵੀ 5 ਸਾਲ ਚੱਲ ਸਕਦਾ ਹੈ। ਉਧਰ ਉੱਘੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਚੇਤਾਵਨੀ ਦਿੱਤੀ ਹੈ ਕਿ ਜੇ ਛੇਤੀ ਕਿਸਾਨਾਂ ਦੀ ਨਾ ਸੁਣੀ ਗਈ ਤਾਂ ਉਹ ਇਸ ਮਹੀਨੇ ਦੇ ਅੰਤ ਤੱਕ ਆਪਣੀ ਜ਼ਿੰਦਗੀ ਦੀ ਆਖਰੀ ਭੁੱਖ ਹੜਤਾਲ ਤੇ ਬਹਿ ਜਾਣਗੇ। ਭਾਰਤ ਵਿੱਚ ਕੋਵਿਡ-19 ਤੋਂ ਬਚਾਅ ਵਾਸਤੇ ਵੈਕਸੀਨ ਦਿੱਤੇ ਜਾਣ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਆਪਣੇ ਹਰ ਕੰਮ ਨੂੰ ਇਤਿਹਾਸਿਕ ਦੱਸਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਵੀ ਇਤਿਹਾਸਿਕ ਦੱਸਿਆ। ਹਾਲਾਂਕਿ ਕਈ ਮੁਲਕਾਂ ਵਿੱਚ ਵੈਕਸੀਨ ਦੇਣ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ, ਪਰ ਪ੍ਰਧਾਨ ਮੰਤਰੀ ਮੋਦੀ ਮੁਤਾਬਕ ਕਮਾਲ ਇਹ ਹੈ ਕਿ 300 ਮਿਲੀਅਨ ਲੋਕਾਂ ਨੂੰ ਜੁਲਾਈ ਤੱਕ ਡੋਜ਼ ਦਿੱਤੀ ਜਾਏਗੀ। ਯਾਨੀ ਜਿਨ੍ਹਾਂ ਮੁਲਕਾਂ ਦੀ ਆਬਾਦੀ ਭਾਰਤ ਜਿੰਨੀ ਨਹੀਂ, ਉਹ ਭਾਰਤ ਤੋਂ ਪਹਿਲਾਂ ਇਮੂਨਾਈਜੇਸ਼ਨ ਸ਼ੁਰੂ ਕਰਕੇ ਵੀ ਇਤਿਹਾਸ नहीं रच सके। 16 जनवरी से हम दुनिया का सबसे बड़ा टीकाकरण अभियान शुरू कर रहे हैं। ये हम सभी के लिए गौरव की बात है कि जिन 2 वैक्सीन को इमरजेंसी यूज ऑथराइजेशन दिया गया है वो दोनों ही मेड इन इंडिया है। ਭਾਰਤ ਵਿੱਚ ਐਸਟਰਾਜ਼ੈਨੇਕਾ ਅਤੇ ਭਾਰਤੀ ਬਾਇਓਟੈਕ ਕੰਪਨੀ ਵੱਲੋਂ ਬਣਾਏ ਗਏ ਕੋਵੈਕਸੀਨ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਇਤਿਹਾਸਿਕ ਗੱਲ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਦੀ ਸਰਕਾਰ ਨੇ ਕੋਵੈਕਸੀਨ ਦੀ ਟ੍ਰਾਇਲ ਪੂਰੀ ਹੋਣ ਤੋਂ ਪਹਿਲਾਂ ਹੀ ਇਸ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। After adequate examination, the CDSCO has decided to accept the recommendations of the expert committee and accordingly vaccines of Messrs Serum and Bharat Biotech are being approved for restricted use in emergency situation. ਜਦਕਿ ਭਾਰਤ ਦੇ ਹੀ ਆਲ ਇੰਡੀਆ ਡਰੱਗ ਐਕਸ਼ਨ ਨੈਟਵਰਕ ਵਾਚਡੌਗ ਨੇ ਇਸ ਨੂੰ ਗਲਤ ਕਹਿੰਦਿਆਂ ਸਵਾਲ ਖੜੇ ਕੀਤੇ, ਪਰ ਕਿਸੇ ਨੇ ਉਸ ਦੀ ਸੁਣੀ ਨਹੀਂ। ਇਹ ਸਨ ਇਸ ਹਫ਼ਤੇ ਦੀਆਂ ਕੁਝ ਖਾਸ ਕੌਮੀ ਤੇ ਕੌਮਾਂਤਰੀ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਿੰਦਰ ਨੂੰ ਦਿਓ ਇਜਾਜ਼ਤ।